ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ। ਤੁਸੀਂ ਵੇਖ ਰਹੇ ਹੋ ਦ ਪੰਜਾਬ ਟਾਕਸ ਅਤੇ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰਨ ਜਾ ਰਹੇ ਹਾਂ ਸਪੈਸ਼ਲ ਰਿਪੋਰਟ, ਜਿਸ ਨੂੰ ਲੈ ਕੇ ਹਾਜ਼ਰ ਹਾਂ ਮੈਂ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਢਿੱਲੋਂ। ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਇਸ ਤਾਜ਼ਾ ਅੰਕ ਵਿੱਚ ਇੱਕ ਬੜੇ ਜ਼ਰੂਰੀ ਵਿਸ਼ੇ ਵੱਲ ਧਿਆਨ ਦੇ ਰਹੇ ਹਾਂ। ਇਸ ਵੇਲੇ ਦੇ ਸਿਆਸੀ ਹਾਲਾਤ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਜੋ ਸਿਆਸੀ ਸਮੀਕਰਨ ਇਸ ਵੇਲੇ ਬਣਦੇ ਹੋਏ ਵਿਖਾਈ ਦੇ ਰਹੇ ਨੇ, ਖਾਸ ਕਰ ਕੇਂਦਰ ਸਰਕਾਰ ਦੀ ਕੇਂਦਰ ਦੀ ਸੱਤਾਧਾਰੀ ਧਿਰ ਭਾਰਤੀ ਜਨਤਾ ਪਾਰਟੀ ਦੇ ਮੂਹਰੇ ਜਿਹੜਾ ਇੱਕ ਗੱਠਜੋੜ ਵਿਰੋਧੀ ਧਿਰਾਂ ਨੇ ਮਿਲ ਕੇ ਇੰਡੀਆ ਗੱਠਜੋੜ ਬਣਾਇਆ ਸੀ ਜਾਂ ਉਸ ਨੂੰ ਬਣਾਉਣ ਦੀ ਜੋ ਕਵਾਇਦ ਆਰੰਭੀ ਸੀ, ਉਹਦੇ ਵਿੱਚ ਹੁਣ ਤਾਜ਼ਾ ਗੱਲਾਂ ਕੀ ਸਾਹਮਣੇ ਆ ਰਹੀਆਂ ਨੇ, ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਅੱਜ ਦੀ ਇਸ ਲਾਈਵ ਸ਼ੋਅ ਦੇ ਤਾਜ਼ਾ ਅੰਕ ਦੇ ਪ੍ਰਮੁੱਖ ਵਿਸ਼ੇ ਵਜੋਂ। ਇਸ ਤੋਂ ਇਲਾਵਾ ਪੰਜਾਬ ਨਾਲ ਸੰਬੰਧਿਤ ਕੁਝ ਵਿਸ਼ਿਆਂ ਦੀ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਖਾਸ ਕਰ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਉਸ ਬਾਰੇ ਵੀ ਪ੍ਰੋਗਰਾਮ ਵਿੱਚ ਅੱਗੇ ਜਾ ਕੇ ਉਸ ਦੀ ਤਾਜ਼ਾ ਸਥਿਤੀ, ਜੋ ਤਾਜ਼ਾ ਗੱਲਾਂ ਸਾਹਮਣੇ ਆਈਆਂ ਨੇ, ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਅਤੇ ਕੁਝ ਹੋਰ ਇਸੇ ਤਰ੍ਹਾਂ ਦੇ ਜ਼ਰੂਰੀ ਤਾਜ਼ਾ ਚਰਚਿਤ ਮੁੱਦਿਆਂ ਦੀ ਵੀ ਗੱਲ ਕਰਾਂਗੇ। ਅੱਜ ਦੇ ਇਸ ਪ੍ਰਮੁੱਖ ਵਿਸ਼ੇ ਸਿਆਸੀ ਜਾਣਕਾਰੀ ਤੋਂ ਬਾਅਦ ਉਹਨਾਂ ਵਿਸ਼ਿਆਂ ਵੱਲ ਵੀ ਆਵਾਂਗੇ। ਸੋ ਇਸ ਸਮੁੱਚੀ ਗੱਲਬਾਤ ਨਾਲ ਤੁਸੀਂ ਸਮੁੱਚੇ ਸਮੇਂ ਦੌਰਾਨ ਇਸੇ ਤਰ੍ਹਾਂ ਜੁੜੇ ਰਹਿਣਾ, ਹੋਰਨਾਂ ਦੇ ਨਾਲ ਸਾਂਝਾ ਕਰਿਓ ਤਾਂ ਕਿ ਇਹ ਜਾਣਕਾਰੀਆਂ, ਇਹ ਨੁਕਤੇ, ਇਹਨਾਂ ਦੀ ਗੱਲ ਸਾਰਿਆਂ ਤੱਕ ਪਹੁੰਚ ਸਕੇ। ਅਤੇ ਇਸੇ ਤਰ੍ਹਾਂ ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਦੱਸਣੇ ਨੇ ਕਿ ਇਹਨਾਂ ਵਿਸ਼ਿਆਂ ਬਾਰੇ ਤੁਹਾਡਾ ਕੀ ਕਹਿਣਾ, ਤੁਹਾਡਾ ਕੀ ਮੰਨਣਾ। ਸਿਆਸੀ ਗੱਠਜੋੜ, ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਦੀ ਵੰਡ ਸੰਬੰਧੀ, ਸੀਟਾਂ ਦੀ ਵੰਡ ਸੰਬੰਧੀ ਜੋ ਵੀ ਇਸ ਵੇਲੇ ਕਵਾਇਦ ਗੱਲਬਾਤ ਚੱਲ ਰਹੀ ਹੈ, ਉਸ ਬਾਰੇ ਤੁਹਾਡੇ ਕੀ ਕਹਿਣੇ ਨੇ। ਤੁਸੀਂ ਕਮੈਂਟਸ ਰਾਹੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ। ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ। ਚੋਣਾਂ ਦੀ ਤਰੀਕ ਦਾ ਭਾਵੇਂ ਐਲਾਨ ਨਹੀਂ ਹੋਇਆ, ਪਰ ਸਿਆਸੀ ਜੋੜ ਤੋੜ, ਸਿਆਸੀ ਸਰਗਰਮੀ ਕਾਫੀ ਵਧੀ ਹੋਈ ਹੈ। ਕਾਫੀ ਕਵਾਇਦ ਹੋ ਰਹੀ ਹੈ, ਚਰਚਾਵਾਂ ਚੱਲ ਰਹੀਆਂ ਨੇ। ਕੇਂਦਰ ਦੀ ਸੱਤਾਧਾਰੀ ਧਿਰ ਭਾਰਤੀ ਜਨਤਾ ਪਾਰਟੀ ਨੇ ਬੜੇ ਮਜ਼ਬੂਤ ਅੰਦਾਜ਼ ਨਾਲ ਬੜੀ ਵੱਡੀ ਜਿੱਤ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਹਾਸਲ ਕੀਤੀ ਸੀ ਅਤੇ ਐਤਕੀ ਵੀ ਉਹ ਆਪਣੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ। ਹੁਣ ਤੋਂ ਹੀ ਇਸ ਸੰਬੰਧੀ ਲੋਕਾਂ ਦੇ ਨਾਲ ਸੰਪਰਕ ਕਰਨ ਦੀ ਇੱਕ ਮੁਹਿੰਮ ਚੱਲ ਪਈ ਲੱਗਦੀ ਹੈ, ਚੱਲ ਰਹੀ ਲੱਗਦੀ ਹੈ। ਸੋ ਇਹ ਵੀ ਇੱਕ ਨੁਕਤਾ ਹੈ ਜੋ ਇਸ ਵੇਲੇ ਭਾਰਤੀ ਜਨਤਾ ਪਾਰਟੀ ਵਾਲੇ ਬੰਨਿਓ ਮੂਹਰੇ ਆਉਂਦਾ ਹੋਇਆ ਵਿਖਾਈ ਦੇ ਰਿਹਾ ਹੈ। ਹੁਣ ਭਾਰਤੀ ਜਨਤਾ ਪਾਰਟੀ ਕਿਉਂਕਿ ਮਜ਼ਬੂਤ ਧਿਰ ਹੈ, ਉਹਨਾਂ ਦਾ ਗੱਠਜੋੜ NDA ਕਾਫੀ ਮਜ਼ਬੂਤ ਇੱਕ ਗੱਠਜੋੜ ਹੈ। ਪਿਛਲੀਆਂ ਚੋਣਾਂ ਵਿੱਚ ਜਿਸ ਤਰੀਕੇ ਨਾਲ, ਜਿਸ ਅੰਦਾਜ਼ ਨਾਲ ਇਸ ਗੱਠਜੋੜ ਨੇ ਜਿੱਤ ਹਾਸਲ ਕੀਤੀ ਸੀ, ਵਿਰੋਧੀ ਧਿਰਾਂ ਨੇ ਦੇਰ ਨਾਲ ਹੀ ਸਹੀ ਪਰ ਇੱਕ ਸਬਕ ਇਹ ਸਿੱਖਿਆ ਕਿ ਉਹਨਾਂ ਦੀਆਂ ਵੋਟਾਂ ਘੱਟ ਹੁੰਦੀਆਂ ਨੇ। ਵਿਰੋਧੀ ਦੀ ਜਿਹੜੀ ਵਿਰੋਧੀ ਧਿਰ ਦੀ ਸਾਰੀ ਵੋਟ ਆ ਇੱਕ ਬੰਨੇ ਨਹੀਂ ਪੈਂਦੀ ਅਤੇ ਇਸ ਬੰਨੇ ਕਾਫੀ ਕੋਸ਼ਿਸ਼ਾਂ ਹੋਈਆਂ, ਗੱਲਬਾਤ ਦੇ ਲੰਮੇ ਦੌਰ ਚੱਲੇ ਅਤੇ ਇੰਡੀਆ ਗੱਠਜੋੜ ਫਿਰ ਹੋਂਦ ਵਿੱਚ ਆਇਆ ਸੀ, ਜਿਹਦੇ ਵਿੱਚ ਪ੍ਰਮੁੱਖ ਧਿਰ ਵਜੋਂ ਕਾਂਗਰਸ, ਆਮ ਆਦਮੀ ਪਾਰਟੀ ਲੰਮੀ ਚਰਚਾ ਤੋਂ ਬਾਅਦ ਸ਼ਾਮਲ ਹੋ ਗਈ। ਖੇਤਰੀ ਪਾਰਟੀਆਂ ਜਿਵੇਂ ਕਿ ਸਮਾਜਵਾਦੀ ਪਾਰਟੀ, ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ, ਇਸੇ ਤਰ੍ਹਾਂ ਹੋਰ ਖੇਤਰੀ ਪਾਰਟੀਆਂ ਦੇ ਨਾਲ ਜੁੜੀਆਂ। ਇੱਕ ਮੰਚ ਉੱਤੇ ਆਉਣ ਦੀ ਕਵਾਇਦ ਆਰੰਭ ਹੋਈ, ਪਰ ਵਿੱਚੋਂ ਕਈ ਪਾਰਟੀਆਂ ਦੀ ਨਾਰਾਜ਼ਗੀ ਵੀ ਚੱਲਦੀ ਰਹੀ, ਕਈਆਂ ਦੇ ਇੱਕ ਮਤ ਨਾ ਹੋਣ ਦੀ ਗੱਲ ਵੀ ਸਾਹਮਣੇ ਆਉਂਦੀ ਰਹੀ ਅਤੇ ਜ਼ਿਆਦਾ ਜਿਹੜੀ ਗੱਲ ਸੀ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਲੈ ਕੇ ਸਾਹਮਣੇ ਆਉਂਦੀ ਰਹੀ, ਕਿਉਂਕਿ ਆਮ ਆਦਮੀ ਪਾਰਟੀ ਕਈ ਥਾਵਾਂ ਉੱਤੇ ਕਾਂਗਰਸ ਦਾ ਬਦਲ ਬਣਨ ਦੀ ਕਵਾਇਦ ਕਰਦੀ ਵੇਖੀ ਜਾਂਦੀ ਰਹੀ ਹੈ। ਗੱਲ ਭਾਵੇਂ ਦਿੱਲੀ ਦੀ ਹੋਵੇ ਜਾਂ ਪੰਜਾਬ ਦੀ ਹੋਵੇ, ਪਰ ਫਿਰ ਵੀ ਦੋਹੇਂ ਪਾਰਟੀਆਂ ਦਾ ਗੱਠਜੋੜ ਬਣਿਆ, ਦੋਹਾਂ ਦੀ ਆਪਸੀ ਗੱਲਬਾਤ ਬਣੀ ਅਤੇ ਦੋਵੇਂ ਪਾਰਟੀਆਂ ਇੱਕੋ ਮੰਚ ਉੱਤੇ ਇਕੱਠੀਆਂ ਹੋਈਆਂ। ਹੁਣ ਤਾਜ਼ਾ ਗੱਲ ਜੋ ਇਸ ਸੰਬੰਧੀ ਨਿਕਲ ਕੇ ਸਾਹਮਣੇ ਆਈ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ 5 ਸੂਬਿਆਂ ਲਈ ਇਕੱਠੇ ਹੋਣਾ ਜਿਹੜਾ ਆ ਉਹ ਤੈਅ ਹੋਇਆ। ਸੀਟਾਂ ਦੀ ਵੰਡ ਉੱਪਰ ਵੀ ਸਹਿਮਤੀ ਬਣੀ ਹੈ, ਦਿੱਲੀ ਨੂੰ ਲੈ ਕੇ ਵੀ ਸਹਿਮਤੀ ਬਣੀ ਹੈ। ਸੁਖਾਵੇਂ ਮਾਹੌਲ ਵਿੱਚ ਦੋਹਾਂ ਧਿਰਾਂ ਨੇ ਹੱਥ ਮਿਲਾ ਕੇ ਇਕੱਠਿਆਂ ਤੌਰ 'ਤੇ ਵਿਚਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਵੀ ਦੋਵੇਂ ਪਾਰਟੀਆਂ ਇਕੱਠੀਆਂ ਹੋਈਆਂ, ਚੋਣ ਲੜੀ, ਵਿਵਾਦ ਹੋਇਆ, ਗੱਲ ਸੁਪਰੀਮ ਕੋਰਟ ਤੱਕ ਪਹੁੰਚੀ ਅਤੇ ਆਖਿਰਕਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਰਾਹਤ ਪ੍ਰਾਪਤ ਹੋਈ। ਵੱਡੀ
ਉਹਨਾਂ ਦੇ ਹੱਕ ਵਿੱਚ ਗੱਲ ਗਈ। ਸੋ ਉਸ ਚੋਣ ਵਿੱਚ ਵੀ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਅਤੇ ਇੰਡੀਆ ਗੱਠਜੋੜ ਦੀ ਪਹਿਲੀ ਚੋਣ ਸੀ ਜਿਹਦੇ ਵਿੱਚ ਇਹ ਦੋਵੇਂ ਧਿਰਾਂ ਇਕੱਠੀਆਂ ਹੋ ਕੇ ਲੜੀਆਂ। ਹਾਲਾਂਕਿ ਪੰਜਾਬ ਵਿੱਚ ਦੋਵੇਂ ਧਿਰਾਂ ਇਕੱਠੀਆਂ ਨਹੀਂ, ਇਹ ਇੱਕ ਵੱਡਾ ਨੁਕਤਾ ਵੀ ਹੈ। ਹੁਣ ਤਾਂ ਸਪਸ਼ਟ ਹੋ ਚੁੱਕਾ ਕਿ ਆਮ ਆਦਮੀ ਪਾਰਟੀ ਆਪਣੇ ਤੌਰ 'ਤੇ ਚੋਣਾਂ ਲੜੂਗੀ ਅਤੇ ਕਾਂਗਰਸ ਆਪਣੇ ਤੌਰ 'ਤੇ ਚੋਣਾਂ ਲੜੂਗੀ, ਕਿਉਂਕਿ ਪੰਜਾਬ ਦੀਆਂ ਜਿਹੜੀਆਂ ਇਕਾਈਆਂ ਨੇ ਉਹ ਆਪਸ ਵਿੱਚ ਉਹਨਾਂ ਦੇ ਸੁਰ ਨਹੀਂ ਮਿਲੇ। ਤਲਖੀ ਬਣੀ ਰਹੀ ਹੈ, ਸੁਰ ਨਹੀਂ ਮਿਲੇ, ਅਤੇ ਇਸ ਕਰਕੇ ਹੁਣ ਪੰਜਾਬ ਵਿੱਚ ਤਾਂ ਦੋਵੇਂ ਧਿਰਾਂ ਇਕੱਠੀਆਂ ਹੁੰਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ, ਪਰ ਕੌਮੀ ਪੱਧਰ ਉੱਤੇ ਇਹਨਾਂ ਦੀ ਗੱਲ ਬਣੀ ਹੈ, ਕਦਮ ਅੱਗੇ ਵਧੇ ਨੇ। ਇਸੇ ਤਰ੍ਹਾਂ ਇੱਕ ਹੋਰ ਅਹਿਮ ਮੈਂਬਰ ਨੇ ਇਸੇ ਗੱਠਜੋੜ ਦੇ, ਉੱਤਰ ਪ੍ਰਦੇਸ਼ ਤੋਂ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼, ਉਹਨਾਂ ਦੇ ਨਾਲ ਵੀ ਸਹਿਮਤੀ ਬਣ ਗਈ ਹੈ ਅਤੇ ਇਕੱਠਿਆਂ ਹੁੰਦੇ ਹੋਏ ਵਿਖਾਈ ਦਿੱਤੇ ਨੇ। ਇਸ ਤੋਂ ਪਹਿਲਾਂ ਸੀਟਾਂ ਦੀ ਵੰਡ ਨੂੰ ਲੈ ਕੇ ਕੁਝ ਨਾਰਾਜ਼ਗੀ ਜੀ ਸਮਾਜਵਾਦੀ ਪਾਰਟੀ ਵਾਲੇ ਪਾਸਿਓਂ ਨਜ਼ਰ ਆਈ ਸੀ, ਪਰ ਹੁਣ ਉੱਥੇ ਵੀ ਜਿਹੜੇ ਨੇ ਕਾਂਗਰਸ ਲਈ ਰਾਹਤ ਵਾਲੇ ਹਾਲਾਤ ਬਣਦੇ ਹੋਏ ਵਿਖਾਈ ਦਿੱਤੇ ਨੇ। ਇਸ ਦਰਮਿਆਨ ਦੋ ਜਿਹੜੀਆਂ ਚੁਣੌਤੀਆਂ ਨੇ, ਉਹ ਇੱਕ ਤਾਂ ਨਿਤੀਸ਼ ਕੁਮਾਰ ਵੱਲੋਂ ਪਲਟੀ ਮਾਰ ਕੇ ਮੁੜ ਨਵੇਂ ਸਿਰਿਓਂ ਸਰਕਾਰ ਬਣਾ ਲੈਣਾ ਅਤੇ ਖੇਮਾ ਬਦਲ ਲੈਣਾ, ਉਹਦੇ ਨਾਲ ਜ਼ਰੂਰ ਕਾਂਗਰਸ ਨੂੰ 2-4 ਹੋਣਾ ਪਿਆ ਸੀ। ਇਸ ਤੋਂ ਬਾਅਦ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਵਿੱਚ ਆਪਣੇ ਖੇਤਰ ਵਿੱਚ ਕਾਂਗਰਸ ਨੂੰ ਦਖਲਅੰਦਾਜ਼ੀ ਨਾ ਕਰਨ ਦੀ ਤਾਕੀਦ ਜੋ ਕੀਤੀ ਸੀ, ਉਸ ਨੂੰ ਵੀ ਇੱਕ ਚੁਣੌਤੀ, ਇੱਕ ਝਟਕੇ ਵੱਲੋਂ ਲਿਆ ਗਿਆ ਸੀ। ਮੀਡੀਆ ਨੇ ਇਸ ਨੂੰ ਇੰਡੀਆ ਗੱਠਜੋੜ ਵਿੱਚ ਇੱਕ ਤਰੇੜ ਵਜੋਂ ਉਭਾਰਿਆ ਸੀ, ਹਾਲਾਂਕਿ ਉਹ ਮੁੱਦਾ ਸ਼ਾਂਤ ਹੁੰਦਾ ਹੋਇਆ ਵਿਖਾਈ ਦਿੱਤਾ। ਇਸ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਫਾਰੂਕ ਅਬਦੁੱਲਾ ਦਾ ਬਿਆਨ ਵੀ ਕੁਝ ਮਮਤਾ ਬੈਨਰਜੀ ਵਰਗਾ ਹੀ ਸੀ, ਉਸ ਨੂੰ ਵੀ ਮੀਡੀਆ ਨੇ ਬੜਾ ਉਭਾਰਿਆ, ਪਰ ਉਹ ਵੀ ਵਿਵਾਦ ਕੁਝ ਥੰਮਦਾ ਹੋਇਆ ਵਿਖਾਈ ਦਿੱਤਾ ਹੈ। ਇਸ ਦਰਮਿਆਨ ਕਮਲਨਾਥ ਦੇ ਭਾਜਪਾ ਵਿੱਚ ਜਾਣ ਦੀ ਚਰਚਾ ਚੱਲੀ ਸੀ, ਪਰ ਫਿਰ ਕਮਲਨਾਥ ਵੱਲੋਂ ਵਰਚੁਅਲ ਮੀਟਿੰਗ ਵਿੱਚ ਹਿੱਸਾ ਲੈਣਾ, ਉਸ ਤੋਂ ਬਾਅਦ ਕਾਂਗਰਸ ਨੇ ਫਿਰ ਥੋੜ੍ਹੇ ਸਮੇਂ ਲਈ ਸਹੀ ਭਾਵੇਂ ਸੁੱਖ ਦਾ ਸਾਹ, ਕੁਝ ਰਾਹਤ ਇਸ ਬੰਨੇ ਮਹਿਸੂਸ ਕੀਤੀ ਸੀ। ਸੋ ਕਾਂਗਰਸ ਲਈ ਕੁਝ ਅਪ ਡਾਊਨ, ਉੱਪਰ ਹੇਠਾਂ ਹਾਲਾਤ ਹੁੰਦੇ ਰਹੇ ਨੇ, ਪਰ ਕੁੱਲ ਮਿਲਾ ਕੇ ਇਸ ਗੱਠਜੋੜ ਨੂੰ ਲੈ ਕੇ ਕੁਝ ਰਾਹਤ ਵਾਲੇ ਹਾਲਾਤ ਜ਼ਰੂਰ ਬਣੇ ਨੇ। ਹਾਲਾਂਕਿ ਇਹ ਰਾਹਤ ਲੋਕ ਸਭਾ ਚੋਣਾਂ ਤੱਕ ਬਰਕਰਾਰ ਰਹੂਗੀ ਕਿ ਨਹੀਂ, ਇਹ ਹਾਲੇ ਵੀ ਇੱਕ ਵੱਡਾ ਸਵਾਲ ਹੈ, ਕਿਉਂਕਿ ਚੋਣਾਂ ਨੂੰ ਹਾਲੇ ਸਮਾਂ ਰਹਿੰਦਾ ਹੈ, ਕਾਫੀ ਕੁਝ ਹੋ ਸਕਦਾ ਹੈ, ਹੋਰ ਵੀ ਹੁੰਦਾ ਰਹਿਣ ਦੀ ਸੰਭਾਵਨਾ ਹੈ। ਅਤੇ ਇੱਕ ਚੀਜ਼ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਅਤੇ ਹੋਰਨਾਂ ਖੇਤਰੀ ਪਾਰਟੀਆਂ ਜਿਹੜੀਆਂ ਇਹਦੇ ਵਿੱਚ ਸ਼ਾਮਲ ਨੇ, ਕਾਂਗਰਸ ਵੱਲੋਂ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਹੋ ਰਹੀ ਹੈ। ਇਹੀ ਕਾਰਨ ਹੈ ਕਿ ਮੀਟਿੰਗਾਂ ਦਾ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਇੱਕ ਆਮ ਸਹਿਮਤੀ ਬਣਾਉਣ ਲਈ, ਸੀਟਾਂ ਦੀ ਵੰਡ ਨੂੰ ਲੈ ਕੇ ਆਮ ਸਹਿਮਤੀ ਬਣਾਉਣ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ। ਹੁਣ ਵੇਖਣਾ ਇਹ ਹੈ ਕਿ ਕਵਾਇਦ ਕਿੰਨਾ ਕੁ ਰੰਗ ਲਿਆਉਂਦੀ ਹੈ, ਕਿ ਇਹਦੇ ਵਿੱਚ ਹੋਰ ਰੁਕਾਵਟਾਂ ਆਉਂਦੀਆਂ ਨੇ ਜਾਂ ਗੱਲ ਚੰਗੇ ਢੰਗ ਨਾਲ, ਸੁਹਿਰਦ ਢੰਗ ਨਾਲ ਅੱਗੇ ਵੱਧਦੀ ਹੈ। ਕਿਉਂਕਿ ਗੱਲ ਇੱਕ ਵਾਰ ਫਿਰ ਰਹੀ ਹੈ ਕਿ ਭਾਜਪਾ ਅਤੇ ਕੇਂਦਰ ਸਰਕਾਰ ਦਾ ਜੋ ਗੱਠਜੋੜ ਹੈ, ਜੋ ਕੇਂਦਰ ਦੇ ਵਿੱਚ ਸ਼ਾਮਲ ਧਿਰਾਂ ਦਾ ਗੱਠਜੋੜ, ਉਹ ਬੜਾ ਮਜ਼ਬੂਤ ਗੱਠਜੋੜ ਆ ਅਤੇ ਬੜੀ ਵੱਡੀ ਜਿੱਤ ਉਹਨਾਂ ਨੇ ਹਾਸਲ ਕੀਤੀ ਸੀ। ਸੋ ਉਸ ਗੱਠਜੋੜ ਦੇ ਮੂਹਰੇ ਖੜ੍ਹਨਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਹੈ ਸਾਰੀਆਂ ਵਿਰੋਧੀ ਧਿਰਾਂ ਲਈ। ਅਤੇ ਜਿਵੇਂ ਕਿ ਆਪਾਂ ਹਮੇਸ਼ਾ ਜਦੋਂ ਵਿਰੋਧੀ ਧਿਰਾਂ ਦੀ ਗੱਲ ਕਰਦੇ ਰਹੇ ਹਾਂ, ਇਸੇ ਮੁੱਦੇ ਨੂੰ ਹਮੇਸ਼ਾ ਵਾਰਿਆ ਕਿ ਕੀ ਉਹਨਾਂ ਦਾ ਏਕਾ ਬਣ ਸਕੂਗਾ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਧਿਰਾਂ ਸ਼ਾਮਲ ਨੇ, ਕਿ ਸਾਰਿਆਂ ਦੀ ਰਾਏ ਇੱਕੋ ਜਿਹੀ ਹੋ ਸਕੂਗੀ, ਇੱਕੋ ਮੰਚ ਉੱਤੇ ਇਕੱਠੇ ਤੁਰ ਸਕਣਗੇ। ਇਹ ਇੱਕ ਵੱਡਾ ਸਵਾਲ ਹੈ ਜਿਹਦਾ ਜਵਾਬ ਹਾਲੇ ਵੀ ਕਈ ਪੱਖਾਂ ਤੋਂ ਵੇਖਣਾ ਹੋਵੇਗਾ। ਹੁਣ ਭਾਰਤੀ ਜਨਤਾ ਪਾਰਟੀ ਕਿਉਂਕਿ ਮਜ਼ਬੂਤ ਧਿਰ ਹੈ, ਉਹਨਾਂ ਦਾ ਗੱਠਜੋੜ NDA ਕਾਫੀ ਮਜ਼ਬੂਤ ਇੱਕ ਗੱਠਜੋੜ ਹੈ। ਪਿਛਲੀਆਂ ਚੋਣਾਂ ਵਿੱਚ ਜਿਸ ਤਰੀਕੇ ਨਾਲ, ਜਿਸ ਅੰਦਾਜ਼ ਨਾਲ ਇਸ ਗੱਠਜੋੜ ਨੇ ਜਿੱਤ ਹਾਸਲ ਕੀਤੀ ਸੀ, ਵਿਰੋਧੀ ਧਿਰਾਂ ਨੇ ਦੇਰ ਨਾਲ ਹੀ ਸਹੀ ਪਰ ਇੱਕ ਸਬਕ ਇਹ ਸਿੱਖਿਆ ਕਿ ਉਹਨਾਂ ਦੀਆਂ ਵੋਟਾਂ ਘੱਟ ਹੁੰਦੀਆਂ ਨੇ। ਵਿਰੋਧੀ ਦੀ ਜਿਹੜੀ ਵਿਰੋਧੀ ਧਿਰ ਦੀ ਸਾਰੀ ਵੋਟ ਹੈ ਇੱਕ ਬੰਨੇ ਨਹੀਂ ਪੈਂਦੀ, ਅਤੇ ਇਸ ਬੰਨੇ ਕਾਫੀ ਕੋਸ਼ਿਸ਼ਾਂ ਹੋਈਆਂ, ਗੱਲਬਾਤ ਦੇ ਲੰਮੇ ਦੌਰ ਚੱਲੇ ਅਤੇ ਇੰਡੀਆ ਗੱਠਜੋੜ ਫਿਰ ਹੋਂਦ ਵਿੱਚ ਆਇਆ ਸੀ, ਜਿਹਦੇ ਵਿੱਚ ਪ੍ਰਮੁੱਖ ਧਿਰ ਵਜੋਂ ਕਾਂਗਰਸ, ਆਮ ਆਦਮੀ ਪਾਰਟੀ ਲੰਮੀ ਚਰਚਾ ਤੋਂ ਬਾਅਦ ਸ਼ਾਮਲ ਹੋ ਗਈ। ਖੇਤਰੀ ਪਾਰਟੀਆਂ ਜਿਵੇਂ ਕਿ ਸਮਾਜਵਾਦੀ ਪਾਰਟੀ, ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ, ਇਸੇ ਤਰ੍ਹਾਂ ਹੋਰ ਖੇਤਰੀ ਪਾਰਟੀਆਂ ਦੇ ਨਾਲ ਜੁੜੀਆਂ। ਇੱਕ ਮੰਚ ਉੱਤੇ ਆਉਣ ਦੀ ਕਵਾਇਦ ਆਰੰਭ ਹੋਈ, ਪਰ ਵਿੱਚੋਂ ਕਈ ਪਾਰਟੀਆਂ ਦੀ ਨਾਰਾਜ਼ਗੀ ਵੀ ਚੱਲਦੀ ਰਹੀ, ਕਈਆਂ ਦੇ ਇੱਕ ਮਤ ਨਾ ਹੋਣ ਦੀ ਗੱਲ ਵੀ ਸਾਹਮਣੇ ਆਉਂਦੀ ਰਹੀ, ਅਤੇ ਜ਼ਿਆਦਾ ਜਿਹੜੀ ਗੱਲ ਸੀ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਲੈ ਕੇ ਸਾਹਮਣੇ ਆਉਂਦੀ ਰਹੀ, ਕਿਉਂਕਿ ਆਮ ਆਦਮੀ ਪਾਰਟੀ ਕਈ ਥਾਵਾਂ ਉੱਤੇ ਕਾਂਗਰਸ ਦਾ ਬਦਲ
ਬਣਨ ਦੀ ਕਵਾਇਦ ਕਰਦੀ ਵੇਖੀ ਜਾਂਦੀ ਰਹੀ ਹੈ। ਗੱਲ ਭਾਵੇਂ ਦਿੱਲੀ ਦੀ ਹੋਵੇ ਜਾਂ ਪੰਜਾਬ ਦੀ ਹੋਵੇ, ਪਰ ਫਿਰ ਵੀ ਦੋਹੇ ਪਾਰਟੀਆਂ ਦਾ ਗੱਠਜੋੜ ਬਣਿਆ, ਦੋਹਾਂ ਦੀ ਆਪਸੀ ਗੱਲਬਾਤ ਬਣੀ ਅਤੇ ਦੋਵੇਂ ਪਾਰਟੀਆਂ ਇੱਕੋ ਮੰਚ ਉੱਤੇ ਇਕੱਠੀਆਂ ਹੋਈਆਂ। ਹੁਣ ਤਾਜ਼ਾ ਗੱਲ ਜੋ ਇਸ ਸੰਬੰਧੀ ਨਿਕਲ ਕੇ ਸਾਹਮਣੇ ਆਈ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ 5 ਸੂਬਿਆਂ ਲਈ ਇਕੱਠੇ ਹੋਣਾ ਜਿਹੜਾ ਆ ਉਹ ਤੈਅ ਹੋਇਆ। ਸੀਟਾਂ ਦੀ ਵੰਡ ਉੱਪਰ ਵੀ ਸਹਿਮਤੀ ਬਣੀ ਹੈ, ਦਿੱਲੀ ਨੂੰ ਲੈ ਕੇ ਵੀ ਸਹਿਮਤੀ ਬਣੀ ਹੈ। ਸੁਖਾਵੇਂ ਮਾਹੌਲ ਵਿੱਚ ਦੋਹਾਂ ਧਿਰਾਂ ਨੇ ਹੱਥ ਮਿਲਾ ਕੇ ਇਕੱਠਿਆਂ ਤੌਰ 'ਤੇ ਵਿਚਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਵੀ ਦੋਵੇਂ ਪਾਰਟੀਆਂ ਇਕੱਠੀਆਂ ਹੋਈਆਂ, ਚੋਣ ਲੜੀ, ਵਿਵਾਦ ਹੋਇਆ, ਗੱਲ ਸੁਪਰੀਮ ਕੋਰਟ ਤੱਕ ਪਹੁੰਚੀ ਅਤੇ ਆਖਰਕਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਰਾਹਤ ਪ੍ਰਾਪਤ ਹੋਈ, ਵੱਡੀ ਉਹਨਾਂ ਦੇ ਹੱਕ ਵਿੱਚ ਗੱਲ ਗਈ। ਸੋ ਉਸ ਚੋਣ ਵਿੱਚ ਵੀ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਅਤੇ ਇੰਡੀਆ ਗੱਠਜੋੜ ਦੀ ਪਹਿਲੀ ਚੋਣ ਸੀ ਜਿਹਦੇ ਵਿੱਚ ਇਹ ਦੋਵੇਂ ਧਿਰਾਂ ਇਕੱਠੀਆਂ ਹੋ ਕੇ ਲੜੀਆਂ। ਹਾਲਾਂਕਿ ਪੰਜਾਬ ਵਿੱਚ ਦੋਵੇਂ ਧਿਰਾਂ ਇਕੱਠੀਆਂ ਨਹੀਂ, ਇਹ ਇੱਕ ਵੱਡਾ ਨੁਕਤਾ ਵੀ ਹੈ। ਹੁਣ ਤਾਂ ਸਪਸ਼ਟ ਹੋ ਚੁੱਕਾ ਕਿ ਆਮ ਆਦਮੀ ਪਾਰਟੀ ਆਪਣੇ ਤੌਰ 'ਤੇ ਚੋਣਾਂ ਲੜੂਗੀ ਅਤੇ ਕਾਂਗਰਸ ਆਪਣੇ ਤੌਰ 'ਤੇ ਚੋਣਾਂ ਲੜੂਗੀ, ਕਿਉਂਕਿ ਪੰਜਾਬ ਦੀਆਂ ਜਿਹੜੀਆਂ ਇਕਾਈਆਂ ਨੇ ਉਹ ਆਪਸ ਵਿੱਚ ਉਹਨਾਂ ਦੇ ਸੁਰ ਨਹੀਂ ਮਿਲੇ, ਤਲਖੀ ਬਣੀ ਰਹੀ ਹੈ, ਸੁਰ ਨਹੀਂ ਮਿਲੇ ਅਤੇ ਇਸ ਕਰਕੇ ਹੁਣ ਪੰਜਾਬ ਵਿੱਚ ਤਾਂ ਇਹ ਦੋਵੇਂ ਧਿਰਾਂ ਇਕੱਠੀਆਂ ਹੁੰਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ, ਪਰ ਕੌਮੀ ਪੱਧਰ ਉੱਤੇ ਇਹਨਾਂ ਦੀ ਗੱਲ ਬਣੀ ਹੈ, ਕਦਮ ਅੱਗੇ ਵਧੇ ਨੇ। ਅਤੇ ਜਦੋਂ ਗੱਲ ਤਾਜ਼ਾ ਜਾਣਕਾਰੀਆਂ ਜਾਂ ਤਾਜ਼ਾ ਨੁਕਤਿਆਂ ਦੀ ਹੁੰਦੀ ਹੈ ਤਾਂ ਪ੍ਰਮੁੱਖ ਤੌਰ 'ਤੇ ਗੱਲ ਕਿਸਾਨੀ ਸੰਘਰਸ਼ ਦੀ ਕਰਨੀ ਬਣਦੀ ਹੈ, ਜਿਹਦੇ ਸੰਬੰਧੀ ਆਪਾਂ ਪਿਛਲੇ ਅੰਕਾਂ ਵਿੱਚ ਵੀ ਲਗਾਤਾਰ ਗੱਲ ਕਰਦੇ ਰਹੇ ਹਾਂ। ਕਿਸਾਨੀ ਸੰਘਰਸ਼ ਦੀ, ਕਿਸਾਨੀ ਅੰਦੋਲਨ ਦੀ ਹੁਣ ਪਿਛਲੇ ਦਿਨਾਂ ਦੌਰਾਨ ਕਾਫੀ ਕੁਝ ਹੋ ਚੁੱਕਾ ਹੈ। ਖਨੌਰੀ ਬਾਰਡਰ ਉੱਤੇ ਖਾਸ ਕਰ ਰੋਕਾਂ ਲੱਗੀਆਂ ਹੋਈਆਂ ਸੀ, ਜਿੱਥੇ ਇੱਕ ਨੌਜਵਾਨ ਦੀ ਜਾਨ ਗਈ, ਸ਼ੁਭਕਰਨ ਸਿੰਘ ਦੀ, ਅਤੇ ਕਈ ਹੋਰ ਕਿਸਾਨ ਜ਼ਖਮੀ ਹੋਏ। ਕਈਆਂ ਨੂੰ ਹਰਿਆਣੇ ਵਾਲੇ ਪਾਸੇ ਲਿਜਾਣ ਦੇ ਵੀ ਇਲਜ਼ਾਮ ਲੱਗੇ ਅਤੇ ਬਹੁਤ ਕੁਝ ਹੁੰਦਾ ਰਿਹਾ ਅਤੇ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਜਿਹੜਾ ਆ ਉਹ ਕਿਸਾਨਾਂ ਵਾਲੇ ਪਾਸੇ ਹੋਇਆ। ਉਸ ਦਿਨ ਤੋਂ ਬਾਅਦ ਕਿਸਾਨ ਆਗੂ ਲਗਾਤਾਰ ਮੀਟਿੰਗਾਂ ਕਰਦੇ ਰਹੇ ਨੇ ਅਤੇ 2 ਦਿਨ ਦੇ ਲਈ ਪਹਿਲਾਂ ਦਿੱਲੀ ਚਲੋ ਪ੍ਰੋਗਰਾਮ ਜਾਂ ਦਿੱਲੀ ਚਲੋ ਦਾ ਸੱਦਾ ਜਿਹੜਾ ਆ ਉਹ ਰੋਕ ਦਿੱਤਾ ਗਿਆ ਸੀ। ਦਿੱਲੀ ਵੱਲ ਨੂੰ ਵਧਣ ਦਾ ਜਿਹੜਾ ਇੱਕ ਐਲਾਨ ਸੀ ਉਹ ਮੁਲਤਵੀ ਹੋ ਗਿਆ ਸੀ। ਫਿਰ ਇਸ ਨੂੰ ਵਧਾ ਕੇ 29 ਫਰਵਰੀ ਤੱਕ ਕਰ ਦਿੱਤਾ ਗਿਆ ਸੀ। ਹੁਣ ਇਸ ਵਿਚਕਾਰਲੇ ਸਮੇਂ ਦੌਰਾਨ, ਉਸ ਦਿਨ ਤੋਂ ਲੈ ਕੇ ਵਿਚਕਾਰਲੇ ਸਮੇਂ ਦੌਰਾਨ ਕਿਸਾਨਾਂ ਨੇ ਆਪਣੇ ਰੋਸ ਪ੍ਰਦਰਸ਼ਨ ਕੀਤੇ ਨੇ, ਟਰੈਕਟਰ ਮਾਰਚ ਕੀਤਾ ਗਿਆ ਸੀ ਬੀਤੇ ਦਿਨੀ। ਉਸ ਤੋਂ ਬਾਅਦ ਕਈ ਥਾਵਾਂ ਉੱਤੇ ਰੋਸ ਧਰਨੇ ਵੀ ਲੱਗੇ ਨੇ। WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਖਿਲਾਫ ਵੀ ਕਿਸਾਨਾਂ ਦਾ ਗੁੱਸਾ ਨਜ਼ਰ ਆਇਆ। ਜੋ ਕੌਮਾਂਤਰੀ ਵਪਾਰਕ ਮਾਡਲ ਦੀ ਗੱਲ ਹੁੰਦੀ ਹੈ ਉਸ ਵੱਲ ਵੀ ਕਿਸਾਨਾਂ ਦਾ ਗੁੱਸਾ ਨਜ਼ਰ ਆਇਆ। ਉਧਰ ਵੀ ਕਿਸਾਨਾਂ ਨੇ ਰੋਸ ਜ਼ਾਹਰ ਕੀਤਾ ਕਿ ਇਹ ਜੋ ਕੌਮਾਂਤਰੀ ਵਪਾਰ ਮਾਡਲ ਲਾਗੂ ਕਰਨ ਦੀ ਗੱਲ ਚੱਲ ਰਹੀ ਹੈ, ਜੋ ਕਵਾਇਦ ਹੋ ਰਹੀ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ ਦਾ ਨੁਕਸਾਨ ਹੋਣਾ, ਭਵਿੱਖ ਵਿੱਚ ਉਹਨਾਂ ਨੂੰ ਕੋਈ ਲਾਭ ਇਹਦਾ ਨਹੀਂ ਹੋਣਾ। ਮੀਟਿੰਗ ਕੇਂਦਰ ਵਾਲੇ ਪਾਸੇ ਨਾਲ ਕੋਈ ਦੁਬਾਰਾ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਈ। ਪਿਛਲੇ ਦਿਨਾਂ ਦੌਰਾਨ ਇਸ ਸੰਬੰਧੀ ਕੋਈ ਚਰਚਾ ਨਹੀਂ ਚੱਲੀ। ਕਿਸਾਨ ਆਗੂ ਆਪਸ ਵਿੱਚ ਮੀਟਿੰਗਾਂ ਕਰਦੇ ਹੋਏ ਨਜ਼ਰ ਆਏ ਨੇ। ਕਾਲੇ ਝੰਡੇ ਤੇ ਰੋਸ ਪ੍ਰਗਟਾਉਣ ਦਾ ਇੱਕ ਇਹ ਸੱਦਾ ਵੀ ਦਿੱਤਾ ਗਿਆ ਸੀ ਦੇਸ਼ ਭਰ ਵਿੱਚ, ਅਤੇ ਬਾਰਡਰਾਂ ਉੱਤੇ ਰੋਕਾਂ ਉਸੇ ਤਰ੍ਹਾਂ ਬਰਕਰਾਰ ਨੇ। ਇਸ ਦਰਮਿਆਨ ਤਾਜ਼ਾ ਜੋ ਜਾਣਕਾਰੀ ਮਿਲੀ ਸੀ ਕਿ ਦਿੱਲੀ ਵਿਖੇ ਜੋ ਰੋਕਾਂ ਲੱਗੀਆਂ ਸੀ, ਕਿਉਂਕਿ ਸਿੰਘੂ ਬਾਰਡਰ ਜੋ ਪਿਛਲੀ ਵਾਰੀ ਜਿੱਥੇ ਕਿਸਾਨੀ ਅੰਦੋਲਨ ਰੁਕਿਆ ਸੀ ਦਿੱਲੀ ਜਾ ਕੇ, ਜਿੱਥੇ ਟਿਕਾਣੇ ਲੱਗੇ ਸਨ, ਉਸ ਜਗ੍ਹਾ ਦੇ ਆਸ-ਪਾਸ ਕਾਫੀ ਰੋਕਾਂ ਲੱਗੀਆਂ ਸੀ। ਕਈ ਥਾਵਾਂ ਉੱਤੇ ਬੈਰੀਕੇਡਿੰਗ ਹਟਾਈ ਗਈ ਹੈ, ਕਿਉਂਕਿ ਹੁਣ ਜਦੋਂ ਕਿਸਾਨ ਪੰਜਾਬ ਵਿੱਚ ਹੀ ਰੁਕੇ ਹੋਏ ਨੇ, ਪੰਜਾਬ ਦੀ ਹੱਦ ਅੰਦਰ ਹੀ ਰੁਕੇ ਹੋਏ ਨੇ, ਤਾਂ ਦਿੱਲੀ ਵਿੱਚ ਜੋ ਬਹੁਤ ਸਖਤ ਪਾਬੰਦੀਆਂ ਦਿੱਲੀ ਚਲੋ ਦੇ ਸੱਦੇ ਦੇ ਬਿਲਕੁਲ ਨਾਲ ਲਾ ਦਿੱਤੀਆਂ ਗਈਆਂ ਸੀ, ਉਦੋਂ ਤੋਂ ਹੀ ਲਾ ਦਿੱਤੀਆਂ ਗਈਆਂ ਸੀ, ਉਹ ਦਿੱਲੀ ਵਿੱਚ ਕੁਝ ਥਾਵਾਂ ਉੱਤੇ ਰੋਕਾਂ ਜਿਹੜੀਆਂ ਨੇ ਹਟਾਈਆਂ ਗਈਆਂ ਨੇ। ਕੁਝ ਥਾਵਾਂ 'ਤੇ ਸੀਮੈਂਟ ਦੀ ਜੋ ਪੱਕੀ ਬੈਰੀਕੇਡਿੰਗ ਕੀਤੀ ਗਈ ਸੀ ਉਸ ਨੂੰ ਹਟਾਏ ਜਾਣ ਦੀਆਂ ਸੂਚਨਾਵਾਂ ਮਿਲੀਆਂ ਨੇ। ਸੋ ਅਜਿਹੀ ਸੰਭਾਵਨਾ ਨਜ਼ਰ ਆ ਰਹੀ ਕਿ ਕਿਸਾਨ ਫਿਲਹਾਲ ਸਿੱਧਾ ਦਿੱਲੀ ਵੱਲ ਕੂਚ ਕਰਨ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਈ। ਸੋ ਪੁਲਿਸ ਪ੍ਰਸ਼ਾਸਨ ਵੱਲੋਂ ਉੱਥੋਂ ਜਿਹੜੀਆਂ ਰੋਕਾਂ 'ਤੇ ਬੈਰੀਕੇਡਿੰਗ ਉਹ ਹਟਾਈ ਗਈ ਹੈ, ਘਟਾਈ ਗਈ ਹੈ। ਕੁਝ ਰਾਹ ਜਿਹੜੇ ਨੇ ਉਹ ਖੋਲ੍ਹੇ ਗਏ ਨੇ। ਹਾਲਾਂਕਿ ਪੁਲਿਸ ਅਤੇ ਫੋਰਸ ਦੀ ਤੈਨਾਤੀ ਉਸੇ ਤਰ੍ਹਾਂ ਬਰਕਰਾਰ ਹੈ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣੇ ਦੇ ਬਹੁਤ ਸਾਰੇ ਖੇਤਰਾਂ ਵਿੱਚ ਤਕਰੀਬਨ 15 ਇਲਾਕਿਆਂ ਵਿੱਚ ਜੋ ਇੰਟਰਨੈਟ
ਤੇ SMS ਸੇਵਾਵਾਂ ਉੱਤੇ ਪਾਬੰਦੀ ਲੱਗੀ ਸੀ, ਉਸ ਨੂੰ ਵੀ ਹਟਾਇਆ ਗਿਆ, ਉਸ ਨੂੰ ਰਿਲੈਕਸ ਕੀਤਾ ਗਿਆ। ਤੇ ਜ਼ਖਮੀ ਨੌਜਵਾਨ ਪ੍ਰੀਤਪਾਲ ਸਿੰਘ, ਜਿਸ ਨੂੰ ਕਿ ਹਰਿਆਣੇ ਵਾਲੇ ਪਾਸੇ ਨਰਵਾਲ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ, ਬਹੁਤ ਗੁੱਝੀਆਂ ਸੱਟਾਂ ਜਿਸ 'ਤੇ ਲੱਗੀਆਂ ਨੇ, ਉਸ ਨੂੰ ਲੰਮੀ ਜਦੋਜਹਿਦ ਤੋਂ ਬਾਅਦ ਪੰਜਾਬ ਸ਼ਿਫਟ ਕੀਤਾ ਗਿਆ, PGI ਚੰਡੀਗੜ੍ਹ ਵਿਖੇ ਲਿਆਂਦਾ ਗਿਆ। ਹਾਲਾਂਕਿ ਹਾਲੇ ਤੱਕ ਵੀ ਸੂਬਾ ਸਰਕਾਰ ਵੱਲੋਂ ਇਸ ਸੰਬੰਧੀ ਜੋ ਮੰਗ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ, ਉਸ ਉੱਤੇ ਪਰਚਾ ਦਰਜ ਕਰਨ ਜਾਂ ਜ਼ਿੰਮੇਵਾਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦਾ ਕੋਈ ਸੰਕੇਤ ਨਜ਼ਰ ਨਹੀਂ ਆਇਆ। ਸੋ ਇਸ ਬੰਨੇ ਹਾਲੇ ਵੀ ਕਿਸਾਨ ਜਥੇਬੰਦੀਆਂ ਦਾ ਰੋਸ ਜਿਹੜਾ ਆ ਉਹ ਨਜ਼ਰ ਆ ਰਿਹਾ ਹੈ। ਕਈ ਮੁੱਦਿਆਂ 'ਤੇ ਸੂਬਾ ਸਰਕਾਰ ਵੱਲ ਵੀ ਕਿਸਾਨ ਆਗੂ ਲਗਾਤਾਰ ਸਵਾਲ ਉਠਾ ਰਹੇ ਨੇ, ਜਦਕਿ MSP ਅਤੇ ਵੱਡੀਆਂ ਕਿਸਾਨੀ ਮੰਗਾਂ ਜਿਹੜੀਆਂ ਨੇ ਪਿਛਲੇ ਅੰਦੋਲਨ ਦੀ ਸਮਾਪਤੀ ਵੇਲੇ ਜੋ ਮੰਗਾਂ ਜ਼ੁਬਾਨੀ ਤੌਰ 'ਤੇ ਮੰਨੀਆਂ ਗਈਆਂ ਸੀ, ਉਹਨਾਂ ਸੰਬੰਧੀ ਰੋਸ ਕੇਂਦਰ ਵੱਲ ਹੈ। ਤੇ ਕਿਸਾਨਾਂ ਦੇ ਉੱਪਰ ਜੋ ਪਿਛਲੇ ਦਿਨਾਂ ਦੌਰਾਨ ਕਾਰਵਾਈ ਹੋਈ ਹੈ ਹਰਿਆਣੇ ਵਾਲੇ ਪਾਸਿਓਂ, ਫੋਰਸਾਂ ਵਾਲੇ ਪਾਸਿਓਂ, ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲ ਵੀ ਸਵਾਲ ਉੱਠੇ ਨੇ। ਕਈ ਥਾਵਾਂ ਉੱਤੇ ਕਿਸਾਨਾਂ ਦੀ ਮਸ਼ੀਨਰੀ ਜ਼ਬਤ ਕਰਨ ਤੇ JCB ਮਸ਼ੀਨਾਂ, ਪੋਕਲੇਨ ਮਸ਼ੀਨਾਂ ਉੱਤੇ ਵੀ ਜੋ ਕਾਰਵਾਈ ਹੁੰਦੀ ਰਹੀ ਹੈ, ਉਸ ਨੂੰ ਲੈ ਕੇ ਪੰਜਾਬ ਵਾਲੇ ਪਾਸੇ ਵੀ ਕਿਸਾਨ ਆਗੂਆਂ ਵੱਲੋਂ ਲਗਾਤਾਰ ਸਵਾਲ ਕੀਤੇ ਜਾਂਦੇ ਰਹੇ ਨੇ। ਤੇ ਵੱਡਾ ਸਵਾਲ ਹੁਣ ਵੀ ਇਹ ਬਰਕਰਾਰ ਹੈ ਕਿ ਜਿਹੜੀਆਂ ਪੰਜਾਬ ਦੀਆਂ ਸਾਰੀਆਂ ਕਿਸਾਨ ਧਿਰਾਂ ਨੇ, ਹੁਣ ਤੱਕ ਵੀ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਇੱਕ ਮੰਚ ਉੱਤੇ ਇਕੱਤਰ ਨਹੀਂ ਹੋਈਆਂ। ਇਸ ਨੂੰ ਲੈ ਕੇ ਕਾਫੀ ਸਵਾਲ ਹੁਣ ਵੀ ਉੱਠ ਰਹੇ ਨੇ ਕਿ ਜਦੋਂ ਕਿਸਾਨਾਂ ਦੇ ਉੱਪਰ ਇੰਨਾ ਤਸ਼ੱਦਦ ਹੋਣ ਦੀ ਗੱਲ ਸਾਹਮਣੇ ਆਈ, ਜ਼ਖਮੀ ਕਿਸਾਨ, ਟਰੈਕਟਰ ਵੀ ਤੋੜੇ ਗਏ ਤੇ ਬਹੁਤ ਸਾਰਾ ਹੋਰ ਕੁਝ ਵੀ ਇਸ ਤਰ੍ਹਾਂ ਦੇ ਵੀਡੀਓਜ਼ ਵੇਖੇ ਗਏ ਨੇ, ਉਸ ਤੋਂ ਬਾਅਦ ਵੀ ਕਿਸਾਨ ਆਗੂ ਹਾਲੇ ਤੱਕ ਵੀ ਸਾਰੇ ਇੱਕ ਮੰਚ ਉੱਤੇ ਇਕੱਠੇ ਨਹੀਂ ਹੋਏ। ਹਰਿਆਣੇ ਵਿੱਚ ਵੀ ਕਿਸਾਨਾਂ ਉੱਤੇ ਲਾਠੀਚਾਰਜ ਹੋਇਆ ਪਿਛਲੇ ਦਿਨੀ, ਉਸ ਤੋਂ ਬਾਅਦ ਵੀ ਹਾਲੇ ਤੱਕ ਸਾਰਾ ਸੰਯੁਕਤ ਮੋਰਚਾ, ਸਿਆਸੀ ਜਾਂ ਗੈਰ ਸਿਆਸੀ, ਇਕੱਠਾ ਨਜ਼ਰ ਨਹੀਂ ਆ ਰਿਹਾ। ਤੇ ਇਹ ਐਤਕੀ ਦੇ ਅੰਦੋਲਨ ਦਾ ਇੱਕ ਵੱਡਾ ਪਹਿਲੂ ਹੈ ਜੋ ਹੁਣ ਵੀ ਵੇਖਿਆ ਜਾ ਰਿਹਾ। ਤੇ ਪਿਛਲੀ ਵਾਰ ਜਿਵੇਂ ਪੰਜਾਬੀ ਕਲਾਕਾਰ, ਗਾਇਕ ਬਹੁਤ ਹਾਜ਼ਰੀ ਲਵਾਉਂਦੇ ਸੀ ਕਿਸਾਨੀ ਮੋਰਚੇ 'ਚ, ਗੀਤ ਗਾ ਰਹੇ ਸੀ ਤੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਸਾਬਤ ਕਰਨ ਤੇ ਤੁਲਿਆ ਸੀ ਹਰ ਕਲਾਕਾਰ, ਐਤਕੀ ਇੱਕ ਵੀ ਕਲਾਕਾਰ ਮੋਰਚੇ ਵਿੱਚ ਨਜ਼ਰ ਨਹੀਂ ਆਇਆ। ਕਿਸਾਨਾਂ ਦਾ ਸਮਰਥਨ ਐਤਕੀ ਪੰਜਾਬੀ ਗਾਇਕੀ, ਕਲਾਕਾਰੀ ਇੰਡਸਟਰੀ ਵੱਲੋਂ ਫਿਲਹਾਲ ਹੁਣ ਤੱਕ ਤਾਂ ਨਜ਼ਰ ਨਹੀਂ ਆ ਰਿਹਾ। ਇਹ ਵੀ ਇੱਕ ਐਤਕੀ ਦੀ ਇੱਕ ਚੀਜ਼ ਹੈ ਜੋ ਨਜ਼ਰ ਆ ਰਹੀ ਹੈ, ਸਪਸ਼ਟ ਨਜ਼ਰ ਆ ਰਹੀ ਹੈ, ਹੁਣ ਤੱਕ ਨਜ਼ਰ ਆ ਰਹੀ ਹੈ। ਹੁਣ ਪਿਛਲੇ ਦਿਨਾਂ ਦੌਰਾਨ ਕਾਫੀ ਕੁਝ ਹੋ ਚੁੱਕਾ ਹੈ। ਖਨੌਰੀ ਬਾਰਡਰ ਉੱਤੇ ਖਾਸ ਕਰ ਰੋਕਾਂ ਲੱਗੀਆਂ ਹੋਈਆਂ ਸੀ, ਜਿੱਥੇ ਇੱਕ ਨੌਜਵਾਨ ਦੀ ਜਾਨ ਗਈ, ਸ਼ੁਭਕਰਨ ਸਿੰਘ ਦੀ, ਤੇ ਕਈ ਹੋਰ ਕਿਸਾਨ ਜ਼ਖਮੀ ਹੋਏ। ਕਈਆਂ ਨੂੰ ਹਰਿਆਣੇ ਵਾਲੇ ਪਾਸੇ ਲਿਜਾਣ ਦੇ ਵੀ ਇਲਜ਼ਾਮ ਲੱਗੇ ਤੇ ਬਹੁਤ ਕੁਝ ਹੁੰਦਾ ਰਿਹਾ ਤੇ ਬਹੁਤ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਆ ਉਹ ਕਿਸਾਨਾਂ ਵਾਲੇ ਪਾਸੇ ਹੋਇਆ। ਉਸ ਦਿਨ ਤੋਂ ਬਾਅਦ ਕਿਸਾਨ ਆਗੂ ਲਗਾਤਾਰ ਮੀਟਿੰਗਾਂ ਕਰਦੇ ਰਹੇ ਨੇ ਤੇ 2 ਦਿਨ ਦੇ ਲਈ ਪਹਿਲਾਂ ਦਿੱਲੀ ਚਲੋ ਪ੍ਰੋਗਰਾਮ ਜਾਂ ਦਿੱਲੀ ਚਲੋ ਦਾ ਸੱਦਾ ਜਿਹੜਾ ਆ ਉਹ ਰੋਕ ਦਿੱਤਾ ਗਿਆ ਸੀ। ਦਿੱਲੀ ਵੱਲ ਨੂੰ ਵਧਣ ਦਾ ਜਿਹੜਾ ਇੱਕ ਐਲਾਨ ਸੀ ਉਹ ਮੁਲਤਵੀ ਹੋ ਗਿਆ ਸੀ। ਫਿਰ ਇਸ ਨੂੰ ਵਧਾ ਕੇ 29 ਫਰਵਰੀ ਤੱਕ ਕਰ ਦਿੱਤਾ ਗਿਆ ਸੀ। ਹੁਣ ਇਸ ਵਿਚਕਾਰਲੇ ਸਮੇਂ ਦੌਰਾਨ, ਉਸ ਦਿਨ ਤੋਂ ਲੈ ਕੇ ਵਿਚਕਾਰਲੇ ਸਮੇਂ ਦੌਰਾਨ ਕਿਸਾਨਾਂ ਨੇ ਆਪਣੇ ਰੋਸ ਪ੍ਰਦਰਸ਼ਨ ਕੀਤੇ ਨੇ। ਟਰੈਕਟਰ ਮਾਰਚ ਕੀਤਾ ਗਿਆ ਸੀ ਬੀਤੇ ਦਿਨੀ। ਉਸ ਤੋਂ ਬਾਅਦ ਕਈ ਥਾਵਾਂ ਉੱਤੇ ਰੋਸ ਧਰਨੇ ਵੀ ਲੱਗੇ ਨੇ। WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਖਿਲਾਫ ਵੀ ਕਿਸਾਨਾਂ ਦਾ ਗੁੱਸਾ ਨਜ਼ਰ ਆਇਆ। ਜੋ ਕੌਮਾਂਤਰੀ ਵਪਾਰਕ ਮਾਡਲ ਦੀ ਗੱਲ ਹੁੰਦੀ ਹੈ, ਉਸ ਵੱਲ ਵੀ ਕਿਸਾਨਾਂ ਦਾ ਗੁੱਸਾ ਨਜ਼ਰ ਆਇਆ। ਉਧਰ ਵੀ ਕਿਸਾਨਾਂ ਨੇ ਰੋਸ ਜ਼ਾਹਰ ਕੀਤਾ ਕਿ ਇਹ ਜੋ ਕੌਮਾਂਤਰੀ ਵਪਾਰ ਮਾਡਲ ਲਾਗੂ ਕਰਨ ਦੀ ਗੱਲ ਚੱਲ ਰਹੀ ਹੈ, ਜੋ ਕਵਾਇਦ ਹੋ ਰਹੀ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ ਦਾ ਨੁਕਸਾਨ ਹੋਣਾ, ਭਵਿੱਖ ਵਿੱਚ ਉਹਨਾਂ ਨੂੰ ਕੋਈ ਲਾਭ ਇਹਦਾ ਨਹੀਂ ਹੋਣਾ। ਮੀਟਿੰਗ ਕੇਂਦਰ ਵਾਲੇ ਪਾਸੇ ਨਾਲ ਕੋਈ ਦੁਬਾਰਾ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਈ। ਪਿਛਲੇ ਦਿਨਾਂ ਦੌਰਾਨ ਇਸ ਸੰਬੰਧੀ ਕੋਈ ਚਰਚਾ ਨਹੀਂ ਚੱਲੀ। ਕਿਸਾਨ ਆਗੂ ਆਪਸ ਵਿੱਚ ਮੀਟਿੰਗਾਂ ਕਰਦੇ ਹੋਏ ਨਜ਼ਰ ਆਏ ਨੇ। ਕਾਲੇ ਝੰਡੇ ਤੇ ਰੋਸ ਪ੍ਰਗਟਾਉਣ ਦਾ ਇੱਕ ਇਹ ਸੱਦਾ ਵੀ ਦਿੱਤਾ ਗਿਆ ਸੀ ਦੇਸ਼ ਭਰ ਵਿੱਚ, ਤੇ ਬਾਰਡਰਾਂ ਉੱਤੇ ਰੋਕਾਂ ਉਸੇ ਤਰ੍ਹਾਂ ਬਰਕਰਾਰ ਨੇ। ਇਸ ਦਰਮਿਆਨ ਤਾਜ਼ਾ ਜੋ ਜਾਣਕਾਰੀ ਮਿਲੀ ਸੀ ਕਿ ਦਿੱਲੀ ਵਿਖੇ ਜੋ ਰੋਕਾਂ ਲੱਗੀਆਂ ਸੀ, ਕਿਉਂਕਿ ਸਿੰਘੂ ਬਾਰਡਰ ਜੋ ਪਿਛਲੀ ਵਾਰੀ ਜਿੱਥੇ ਕਿਸਾਨੀ ਅੰਦੋਲਨ ਰੁਕਿਆ ਸੀ ਦਿੱਲੀ ਜਾ ਕੇ, ਜਿੱਥੇ ਟਿਕਾਣੇ ਲੱਗੇ ਸਨ,
उस जगह के आस-पास काफ़ी रोकां लगियां सी। कई थावां ते बैरीकेडिंग हटाई गई है, क्योंकि हुण जदों किसान पंजाब विच ही रुके हुए ने, पंजाब दी हद अंदर ही रुके हुए ने, तां दिल्ली विच जो बहुत सख्त पाबंदियां दिल्ली चलो दे सद्दे दे बिल्कुल नाल ला दित्तियां गईयां सी, उदों तो ही ला दित्तियां गईयां सी। ਉਹ दिल्ली ਵਿੱਚ कुछ ਥਾਵਾਂ ਉੱਤੇ ਰੋਕਾਂ ਜਿਹੜੀਆਂ ਨੇ ਹਟਾਈਆਂ ਗਈਆਂ ਨੇ, कुछ ਥਾਵਾਂ ਤੇ ਸੀਮੈਂਟ ਦੀ ਜੋ ਪੱਕੀ ਬੈਰੀਕੇਡਿੰਗ ਕੀਤੀ ਗਈ ਸੀ ਉਸ ਨੂੰ ਹਟਾਏ ਜਾਣ ਦੀਆਂ ਸੂਚਨਾਵਾਂ ਮਿਲੀਆਂ ਨੇ। ਸੋ ਅਜਿਹੀ ਸੰਭਾਵਨਾ ਨਜ਼ਰ ਆ ਰਹੀ ਕਿ ਕਿਸਾਨ ਫਿਲਹਾਲ ਸਿੱਧਾ ਦਿੱਲੀ ਵੱਲ ਕੂਚ ਕਰਨ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਈ। ਸੋ ਪੁਲਿਸ ਪ੍ਰਸ਼ਾਸਨ ਵੱਲੋਂ ਉੱਥੋਂ ਜਿਹੜੀਆਂ ਰੋਕਾਂ ਤੇ ਬੈਰੀਕੇਡਿੰਗ ਉਹ ਹਟਾਈ ਗਈ ਹੈ, ਘਟਾਈ ਗਈ ਹੈ। ਕੁਝ ਰਾਹ ਜਿਹੜੇ ਨੇ ਉਹ ਖੋਲ੍ਹੇ ਗਏ ਨੇ, ਹਾਲਾਂਕਿ ਪੁਲਿਸ ਅਤੇ ਫੋਰਸ ਦੀ ਤੈਨਾਤੀ ਉਸੇ ਤਰ੍ਹਾਂ ਬਰਕਰਾਰ ਹੈ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣੇ ਦੇ ਬਹੁਤ ਸਾਰੇ ਖੇਤਰਾਂ ਵਿੱਚ ਤਕਰੀਬਨ 15 ਇਲਾਕਿਆਂ ਵਿੱਚ ਜੋ ਇੰਟਰਨੈਟ ਤੇ SMS ਸੇਵਾਵਾਂ ਉੱਤੇ ਪਾਬੰਦੀ ਲੱਗੀ ਸੀ। ਸੋ ਫਿਲਹਾਲ 29 ਤਰੀਕ ਤੱਕ ਜਿਹੜਾ ਸੱਦਾ ਦਿੱਤਾ ਗਿਆ ਸੀ ਉਸ ਮੁਤਾਬਕ ਕੋਈ ਨਵੀਂ ਕਾਰਵਾਈ, ਕੋਈ ਵੱਡੀ ਕਾਰਵਾਈ, ਕੋਈ ਨਵਾਂ ਐਲਾਨ ਕਿਸਾਨ ਜਥੇਬੰਦੀਆਂ ਵੱਲੋਂ ਨਹੀਂ ਕੀਤਾ ਗਿਆ ਤੇ ਇੱਕ ਤਰੀਕੇ ਨਾਲ ਸਲਾਹ ਮਸ਼ਵਰਿਆਂ ਦਾ ਦੌਰ ਚੱਲਦਾ ਰਿਹਾ ਹੈ ਕਿ ਅੱਗੇ ਦੀ ਰਣਨੀਤੀ ਕੀ ਹੋਵੇਗੀ, ਅੱਗੇ ਕਿਸ ਪਾਸੇ ਨੂੰ ਕਿਵੇਂ ਵਧਿਆ ਜਾਣਾ ਚਾਹੀਦਾ, ਇਸ ਨੂੰ ਲੈ ਕੇ ਚਰਚਾ ਚੱਲਦੀ ਰਹੀ ਹੈ। ਸੋ ਇਹ ਸੀ ਕਿਸਾਨੀ ਦੀ ਤਾਜ਼ਾ ਸਥਿਤੀ। ਇਸ ਦੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨੀ ਨਾਜਾਇਜ਼ ਮਾਈਨਿੰਗ ਦਾ ਮੁੱਦਾ ਇੱਕ ਵਾਰ ਫਿਰ ਉਠਾਇਆ। ਦਰਅਸਲ ਉਹ ਖਰੜ ਤੋਂ ਜਲੰਧਰ ਆ ਰਹੇ ਸੀ ਤੇ ਰਾਹ ਵਿੱਚ ਸਤਲੁਜ ਦਰਿਆ ਨੇੜੇ ਉਹਨਾਂ ਨੇ ਮਾਈਨਿੰਗ ਦਾ ਕੰਮ ਚੱਲਦਾ ਵੇਖਿਆ। ਉਹਨਾਂ ਨੇ ਗੱਡੀ ਰੁਕਵਾ ਲਈ, ਫੇਸਬੁੱਕ ਲਾਈਵ ਕਰ ਦਿੱਤਾ, ਲਾਈਵ ਹੋ ਗਏ ਤੇ ਪਲਾਂ ਵਿੱਚ ਹੀ ਉਹ ਲਾਈਵ ਜਿਹੜਾ ਆ ਉਹ ਪ੍ਰਸ਼ਾਸਨ ਤੱਕ ਵੀ ਪਹੁੰਚਾ। ਤੇ ਚੰਨੀ ਨੇ ਇਸ ਮੌਕੇ ਫਿਰ ਸੂਬਾ ਸਰਕਾਰ ਵੱਲ ਕਾਫੀ ਸਵਾਲ ਉਠਾਏ ਕਿ ਸਸਤੀ ਰੇਤਾ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇੱਥੇ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਚੱਲ ਰਹੀ ਹੈ। ਫੌਰਨ ਪ੍ਰਸ਼ਾਸਨ ਨੇ ਕੰਮ ਰੁਕਵਾ ਤਾਂ ਦਿੱਤਾ, ਪਰ ਇੱਕ ਵਾਰ ਫਿਰ ਨਾਜਾਇਜ਼ ਮਾਈਨਿੰਗ ਚੱਲਦੀ ਹੋਣ ਦਾ ਮੁੱਦਾ ਸੁਰਖੀਆਂ ਵਿੱਚ ਆ ਗਿਆ, ਕਿਉਂਕਿ ਆਪਾਂ ਜਾਣਦੇ ਹਾਂ ਕਿ ਪਿਛਲੇ ਸਮੇਂ ਦੌਰਾਨ ਨਾਜਾਇਜ਼ ਮਾਈਨਿੰਗ ਦਾ ਮੁੱਦਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਦਾ ਰਿਹਾ। ਸੋ ਇਹ ਵੀ ਇੱਕ ਤਾਜ਼ਾ ਚੀਜ਼ ਪੰਜਾਬ ਦੇ ਹਾਲਾਤ ਤੋਂ ਪਿਛਲੇ ਦਿਨਾਂ ਦੌਰਾਨ ਵੇਖੀ ਗਈ ਹੈ। ਸਾਡੇ ਦੇਸ਼ ਵਿੱਚ ਪਿਛਲੇ ਦਿਨੀ ਇੱਕ ਕੇਬਲ ਆਧਾਰਿਤ ਲੰਮੇ ਪੁਲ ਦਾ ਉਦਘਾਟਨ ਕੀਤਾ ਗਿਆ, ਇਸ ਨੂੰ ਲੋਕ ਸਮਰਪਿਤ ਕੀਤਾ ਗਿਆ। ਗੁਜਰਾਤ ਵਿਖੇ ਸੁਦਰਸ਼ਨ ਸੇਤੂ ਨਾਂ ਦੇ ਇਸ ਲੰਮੇ ਕੇਬਲ ਆਧਾਰਿਤ ਯਾਨੀ ਕਿ ਕੇਬਲ ਉੱਤੇ ਆਧਾਰਿਤ ਤਿਆਰ ਕੀਤੇ ਗਏ ਇਸ ਪੁਲ ਨੂੰ ਲੋਕ ਅਰਪਣ ਕੀਤਾ ਗਿਆ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ ਸੀ ਤੇ ਇਸ ਨੂੰ ਇੱਕ ਵੱਡੀ ਪ੍ਰਾਪਤੀ ਦੱਸਿਆ ਕਿ ਦੇਸ਼ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਕੇਬਲ ਆਧਾਰਿਤ ਤੇ ਪੁਲ ਤਿਆਰ ਕੀਤਾ ਗਿਆ। ਇਸ ਉੱਪਰ ਵੱਡੀ ਰਕਮ ਵੀ ਖਰਚ ਹੋਈ ਹੈ ਅਤੇ ਲੰਮੀ ਤਿਆਰੀ ਮਗਰੋਂ ਇਹ ਹੁਣ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਬਹੁਤ ਵਿਸ਼ੇਸ਼ਤਾਵਾਂ ਨੇ ਇਸ ਪੁਲ ਦੀਆਂ, ਇਸ ਦੀ ਖਾਸੀਅਤ ਕੀ ਹੈ, ਇਸ ਦੀ ਤਿਆਰੀ ਅਤੇ ਢਾਂਚਾ ਕਿਵੇਂ ਅਤੇ ਕਿੰਨੇ ਸਮੇਂ ਵਿੱਚ ਤਿਆਰ ਹੋਇਆ, ਇਹ ਵਾਕਈ ਇੱਕ ਜਾਣਨ ਵਾਲੀ ਚੀਜ਼ ਹੈ। ਸੋ ਇਹ ਸੀ ਅੱਜ ਦੀ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਅੰਕ, ਜਿਸ ਨੂੰ ਤੁਸੀਂ ਦ ਪੰਜਾਬ ਟਾਕਸ ਚੈਨਲ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ। ਅੱਜ ਦੀ ਸਮੁੱਚੀ ਗੱਲਬਾਤ ਨਾਲ ਤੁਸੀਂ ਜੁੜੇ, ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪੋ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ, ਇਸ ਗੱਲਬਾਤ ਨਾਲ ਜੁੜੇ ਤੇ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਕੀਤਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਕਮੈਂਟਸ ਰਾਹੀਂ ਤੁਸੀਂ ਆਪਣੀ ਗੱਲ ਜ਼ਰੂਰ ਲਿਖ ਕੇ ਭੇਜੋ ਕਿ ਤੁਸੀਂ ਇਹਨਾਂ ਵਿਸ਼ਿਆਂ ਬਾਰੇ ਕੀ ਸੋਚਦੇ ਹੋ, ਤੁਹਾਡਾ ਕੀ ਕਹਿਣਾ ਹੈ ਕਿ ਇਹ ਚੀਜ਼ਾਂ ਇਸ ਤਰੀਕੇ ਨਾਲ ਕਿਉਂ ਹੁੰਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ। ਤੁਸੀਂ ਆਪਣੇ ਵਿਚਾਰ ਕਮੈਂਟਸ ਰਾਹੀਂ ਜ਼ਰੂਰ ਦੱਸਿਓ ਪੰਜਾਬ ਦੇ ਉਚੇਰੀ ਵਿੱਦਿਆ ਦੇ ਖੇਤਰ ਬਾਰੇ ਤੇ ਇਸ ਚੁਣੌਤੀ ਬਾਰੇ। ਆਪਣੇ ਵਿਚਾਰ ਕਮੈਂਟਸ ਰਾਹੀਂ ਤੁਸੀਂ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ। ਇਸੇ ਤਰ੍ਹਾਂ ਹੋਰ ਵੀ ਤਾਜ਼ਾ ਤਰੀਨ ਪ੍ਰੋਗਰਾਮਸ ਲਈ, ਜਾਣਕਾਰੀ ਭਰਪੂਰ ਅਪਡੇਟਸ ਲਈ ਲਗਾਤਾਰ ਵੇਖਦੇ ਰਹੋ ਦ ਪੰਜਾਬ ਟਾਕਸ। ਵਧੇਰੇ ਜਾਣਕਾਰੀ ਲਈ ਦ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ ਤਾਂ ਕਿ ਸਾਰੀ ਜਾਣਕਾਰੀ ਨਾਲੋਂ ਨਾਲ ਵੇਲੇ ਸਿਰ ਤੁਹਾਡੇ ਤੱਕ ਪਹੁੰਚਦੀ ਹੋਵੇ। ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਇੰਨਾ ਹੀ। ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ। ਵੇਖਦੇ ਰਹੋ ਦ ਪੰਜਾਬ ਟਾਕਸ। ਬਹੁਤ ਬਹੁਤ ਧੰਨਵਾਦ।